मैन है जी मेरे नाल दे स्पोर्ट्समैन जिन्हें ओलंपियन सीगे सारे ने अपने अपने अवार्ड वापस करते। मैं ओलंपिक खेडन जाना सीगा। मैं आ सारी चीज़ां देख के काले कानून देख के मैं भी अपनी इस अंदोलन दे विच एक अपनी छोटी जी एक वर्त रख के एक भूमिका निभा रहे हैं जी। ਅਸੀਂ ਮਰਨ ਵਰਤ ਤੇ ਬੈਠ ਰਹੇ ਹਾਂ। ਹੁਣ 10 दिन ਦਾ ਅਲਟੀਮੇਟਮ ਦਿੱਤਾ ਭੁੱਖ ਹੜਤਾਲ ਦਾ। ਉਸ ਤੋਂ ਬਾਅਦ ਅਸੀਂ ਮਰਨ ਵਰਤ ਕੰਪਲੀਟ ਕਰਾਂਗੇ जी अपना। ये तो हमारे नौकर है प्रधानमंत्री अमित शाह तो जी, इन्हें ये सोचना चाहिए किसान मजदूर आप बड़े आदमियों को बढ़ावा देना चाहिए, छोटों को भूल गए। जितने हमारे खिलाड़ी है वे भी पत्र लौटाना चाहिए। ये देश ये कहते हैं अडानी अंबानी 36,000 रुपए करोड़ टैक्स देता है। मैं इनसे कह रहा अगर एक साल किसान और मजदूर ने अन्नदाता ने अनाज उगाना बंद भी कर दिया ना, पैसे को जेब में घूमते फिरो जाए। जब भूख लगेगी ना जब पता चलेगा इन्हें इस देश का। ਸਾਂਝਾ ਪੰਜਾਬ ਚੈਨਲ ਦੇਖ ਰਹੇ ਸਾਰੇ ਹੀ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਹਰਜੀਤ ਕੌਰ ਸਵਾਗਤ ਕਰਦੀ ਹਾਂ। ਦਰਸ਼ਕੋ ਆਪ ਜੀ ਨੂੰ ਪਤਾ ਸਿੰਘੂ ਬਾਰਡਰ ਤੇ ਲਗਾਤਾਰ ਸੰਘਰਸ਼ ਦੇ ਵਿੱਚ ਡਟੇ ਆ ਤੇ ਕਵਰੇਜ ਤੁਹਾਨੂੰ ਦੇ ਰਹੇ ਆ। ਆਪ ਜੀ ਨੂੰ ਪਤਾ ਹੈ ਕਿ ਇੱਥੇ ਕਿਸਾਨ ਵਿਰੋਧੀ ਬਿੱਲਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ। ਕਿਸਾਨਾਂ ਵੱਲੋਂ ਅਲੱਗ-ਅਲੱਗ ਤਰੀਕੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਅੱਜ ਅਸੀਂ ਇਸ ਮੋਰਚੇ ਦੇ ਵਿੱਚ ਪਹੁੰਚੇ ਹੋਏ ਆ। ਤੁਸੀਂ ਦੇਖੋ ਕਿ ਇੱਕ ਵੱਖਰੇ ਤਰੀਕੇ ਨਾਲ ਜਿਹੜਾ ਪ੍ਰਦਰਸ਼ਨ ਆ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਸਾਨਾਂ ਵੱਲੋਂ। किसान विरोधी बिलों के खिलाफ इतने भुख हड़ताल रखी गई है। साडे किसान लीडरां नाल असीं गलबात करांगे भी क्यों ये हुण जिहड़ा मोर्चा वो भुख हड़ताल ते आ चुका है। वाहिगुरू जी का खालसा वाहिगुरू जी की फतेह जी। ਵੀਰ ਜੀ ਆਪ ਜੀ ਕੀ मैं महंत जसबीर दास हाँ जी, भारत साधु समाज का जनरल सैकटरी ऑल इंडिया का। तो असी जो किसानों के उत्ते ये काले 3 कानून लियाते गए ने ते 2 ऑर्ਡੀਨੇਸ਼ਨ लियाते गए ने, ਉਹਦੇ ਲਈ ਅਸੀਂ ਸੰਤ ਸਮਾਜ ਭਾਰਤ ਸਾਧੂ ਸਮਾਜ ਉਹਨਾਂ ਦਾ ਡਟ ਕੇ ਵਿਰੋਧ ਕਰ ਰਿਹਾ। ਤੇ ਸੰਤ ਸਮਾਜ ਨੇ ਐਲਾਨ ਕਰਦਾ ਗਾ, ਸਾਡੇ ਜਗਤ ਗੁਰੂ ਸ਼ੰਕਰਾਚਾਰੀਆ ਸਵਾਮੀ ਸਰੂਪਾਨੰਦ ਸਰਸਵਤੀ ਜੀ ਨੇ ਐਲਾਨ ਕਰਤਾ ਵੀ ਅੱਜ ਤੋਂ ਮਤਲਬ ਕੱਲ੍ਹ ਤੋਂ ਸੰਤ ਸਮਾਜ ਜੋ ਇਹ ਧਰਨਾ ਲੱਗਿਆ ਕਿਸਾਨ ਵੀਰਾਂ ਦਾ ਭਰਾਵਾਂ ਦਾ, ਉਹਦੇ ਵਿੱਚ ਕਿਸਾਨ ਵੀਰਾਂ ਭਰਾਵਾਂ ਦੇ ਡਟ ਕੇ ਸਪੋਰਟ ਕਰ ਰਿਹਾ ਹੈ। ਤੇ ਅਸੀਂ ਕੱਲ੍ਹ ਤੋਂ ਹੀ ਅਨਸ਼ਨ ਦੇ ਉੱਤੇ ਬੈਠ ਗਏ ਹਾਂ ਤੇ ਅਸੀਂ ਹੁਣ 10 ਦਿਨ ਦਾ ਅਲਟੀਮੇਟਮ ਦੇ ਰਹੇ ਹਾਂ ਮੋਦੀ ਸਰਕਾਰ ਨੂੰ, ਅੰਨੀ ਬੋਲੀ ਸਰਕਾਰ ਨੂੰ ਵੀ 10 ਦਿਨਾਂ ਦੇ ਵਿੱਚ ਜੋ ਆਪਣੇ ਤਿੰਨੇ ਕਾਨੂੰਨ ਆ ਦੋਨੇ ਬਿੱਲ ਆ ਇਹ ਵਾਪਸ ਲੈ ਜਾਣ, ਨਹੀਂ ਤਾਂ ਅਸੀਂ ਮਰਨ ਵਰਤ ਸ਼ੁਰੂ ਕਰ ਦਾਂਗੇ ਜੀ। ਤੇ ਹੁਣ ਸੰਤ ਸਮਾਜ ਆਪਣੇ ਕਿਸਾਨਾਂ ਦੇ ਵੀਰਾਂ ਭਰਾਵਾਂ ਦੇ ਨਾਲ ਆ ਕੇ ਖੜਾ ਹੋ ਗਿਆ ਹਿੰਦੁਸਤਾਨ ਦਾ ਜੀ। ਤੁਸੀਂ ਕਹਿ ਰਹੇ ਕਿ ਅਸੀਂ ਮਰਨ ਵਰਤ ਵੀ ਰੱਖ ਲਵਾਂਗੇ, ਪਰ ਤੁਸੀਂ ਦੇਖੋ ਕਿ ਕੇਂਦਰ ਸਰਕਾਰ ਤੇ ਲਗਾਤਾਰ ਅਸੀਂ ਪੰਜਾਬ ਦੇ ਵਿੱਚ 2 ਮਹੀਨੇ ਪੂਰਾ ਪ੍ਰਦਰਸ਼ਨ ਕੀਤਾ ਗਿਆ, ਟ੍ਰੇਨਾਂ ਵੀ ਰੋਕੀਆਂ ਗਈਆਂ, ਰੇਲ ਰੋਕ ਅੰਦੋਲਨ ਵੀ ਸ਼ੁਰੂ ਕੀਤਾ ਗਿਆ। ਅੱਜ ਇੱਥੇ ਵੀ 18 ਦਿਨ ਹੋ ਚੁੱਕੇ, ਦਿੱਲੀ ਚਲੋ ਅੰਦੋਲਨ ਸ਼ੁਰੂ ਕੀਤਾ ਜਾ ਰਿਹਾ, ਲਗਾਤਾਰ ਪ੍ਰਦਰਸ਼ਨ ਜਾਰੀ ਹੈ। ਤੁਹਾਨੂੰ ਪਤਾ ਕਿ ਦਿੱਲੀ ਜੈਪੁਰ ਹਾਈਵੇ ਵੀ ਜਾਮ ਕਰ ਦਿੱਤੇ, ਅੱਜ ਡੀਸੀ ਦਫ਼ਤਰ ਦਾ ਘਿਰਾਓ ਵੀ ਕੀਤਾ ਜਾ ਰਿਹਾ। ਕਿ ਇਸ ਪ੍ਰਦਰਸ਼ਨ ਨਾਲ ਉਹ ਜਾਗ ਜਾਣਗੇ ਜਾਂ ਭੁੱਖ ਹੜਤਾਲ ਨਾਲ ਹੀ ਜਾਗਣਗੇ? ਇਹ ਤਾਂ ਜੀ ਇੱਕ ਸਿਰ ਇਹ ਹੈ ਵੀ ਜਿਹੜੇ ਕਾਨੂੰਨ ਆ ਇਹ ਕਾਨੂੰਨ ਇਹੀ ਆ ਵੀ ਕਿਸਾਨ ਮਾਰੂ ਨੀਤੀ ਆ, ਕਿਸਾਨ ਖੁਦਕੁਸ਼ੀਆਂ ਕਰਨਗੇ। ਜਦ ਕਿਸਾਨਾਂ ਨੇ ਖੁਦਕੁਸ਼ੀਆਂ ਕਰ ਲੀਆਂ ਤੇ ਜਦ ਅਨਾਜ ਹੀ ਗਾਉਣ ਵਾਲਾ ਨਾ ਰਿਹਾ ਤੇ ਅਨਾਜ ਪੈਦਾ ਕਿੱਥੋਂ ਹੋਏਗਾ। ਉਸ ਲਈ ਇਹ ਅੰਨੀ ਬੋਲੀ ਸਰਕਾਰ ਨੂੰ ਅਸੀਂ ਦੱਸ ਰਹੇ ਹਾਂ ਵੀ ਜੇ ਅਨਾਜ ਹੀ ਨਾ ਉੱਗੂਗਾ ਭਾਰਤ ਦੇ ਵਿੱਚ ਤੇ ਜੋ ਨੌਜਵਾਨੀ ਉਹ ਪਹਿਲਾਂ ਹੀ ਤਬਾਹ ਹੋ ਜਾਏਗੀ। ਅਸੀਂ ਅੱਜ ਉਹਨਾਂ ਨੂੰ ਇਹ ਦੱਸਣ ਜਾ ਰਹੇ ਹਾਂ ਵੀ ਅਸੀਂ ਤਾਂ ਅੱਜ ਤੋਂ ਆਪਦੇ ਆਪ ਨੂੰ ਖਤਮ ਕਰਨ ਜਾ ਰਹੇ ਹਾਂ ਜੀ, ਨਹੀਂ ਤਾਂ ਤੁਸੀਂ ਇਹ ਕਾਲੇ ਕਾਨੂੰਨ ਵਾਪਸ ਲਓ। ਉਹਨਾਂ ਤੇ ਕੋਈ ਅਸਰ ਹੋਏਗਾ ਜੇ ਜੀ? ਹੋਏਗਾ ਬਿਲਕੁਲ। ਇਹ ਆਪਣੇ ਹਿੰਦੁਸਤਾਨ ਆ ਜੀ, ਹਿੰਦੁਸਤਾਨ 'ਚ ਇਲੈਕਟਡ ਸਰਕਾਰ ਹੁੰਦੀ ਆ, ਕੋਈ ਤਾਨਾਸ਼ਾਹੀ ਨਹੀਂ ਗੀ। ਜੇ ਤਾਨਾਸ਼ਾਹੀ ਕਰੂਗਾ ਤਾਂ ਤਾਨਾਸ਼ਾਹ ਵੀ ਨਹੀਂ ਬਚੇ ਅੱਜ ਤੱਕ, ਗਦਾਫੀ ਵਰਗੇ ਵੀ ਨਹੀਂ ਬਚੇ, ਇਰਾਕ 'ਚ ਸਦਾਮ ਵਰਗੇ ਵੀ ਨਹੀਂ ਬਚੇ। ਜੇ ਆਪਦੇ ਆਪ ਨੂੰ ਇਰਾਕ 'ਚ ਸਦਾਮ ਵਾਂਗੂ ਬਣਾਏਗਾ ਜਾਂ ਗਦਾਫੀ ਵਾਂਗੂ ਬਣਾਏਗਾ, ਜਦੋਂ ਉਹ ਨਹੀਂ ਬਚੇ ਤੇ ਫਿਰ ਇਹ ਕੀ ਚੀਜ਼ ਹੈ? ਇਹ ਤਾਂ ਮੋਦੀ ਹੈ ਜੀ, ਇੱਕ ਇੰਡੀਆ ਦਾ ਇਨਸਾਨ ਆਪਾਂ तो तो होएगा ही होएगा। ये चीज़ नहीं है, सानू पूरा विश्वास आ कि हाँ साडियां मंगां पूरीआं होणगीआं। ਟੇਬਲ ਟਾਕ ਕਰਨ ਲਈ ਤਿਆਰ ਹੈ, ਗੱਲਬਾਤ ਕਰਨ ਲਈ ਤਿਆਰ ਹੈ, ਪਰ ਇਹ ਬਿੱਲ ਰੱਦ ਕਰਨ ਲਈ ਤਿਆਰ ਨਹੀਂ। ਟੇਬਲ ਟਾਕ ਤਾਂ ਜਿਹੜੀ ਉਹ ਕਰ ਰਿਹਾ ਜੀ, ਉਹ ਤਾਂ ਸਿਰਫ ਆਪਣੇ ਜਿਹੜੇ ਵੀਰ ਕਿਸਾਨ ਭਰਾਵਾਂ ਦੀ ਜਥੇਬੰਦੀਆਂ ਇਹਨਾਂ ਦੇ ਵਿੱਚ ਦੋ ਫਾੜ ਕਰਨ ਲਈ ਕਰ ਰਿਹਾ ਗਾ ਵੀ ਕਿਤੇ ਦੋ ਫਾੜ ਕਰਕੇ ਮੈਂ ਇਹਨਾਂ ਨੂੰ ਆਪਦੇ ਤਰਫ ਕਰਕੇ ਦੋ ਫਾੜ ਕਰਕੇ ਵੀ ਇਹਨਾਂ ਨੂੰ ਮੈਂ ਭਰਮਾ ਕੇ ਇਸ ਜਿਹੜਾ ਚੱਲ ਰਿਹਾ ਅੰਦੋਲਨ ਹੈ ਅੰਦੋਲਨ ਨੂੰ ਖਤਮ ਕਰਾ ਦਾਂ। ਪਰ ਇਹ ਚੀਜ਼ ਕਦੇ ਨਹੀਂ ਹੋਏਗੀ। ਸਾਡੇ ਜੋ ਕਿਸਾਨ ਭਰਾਵਾਂ ਦੀ ਜਥੇਬੰਦੀ ਆ ਇਹਨਾਂ ਨੇ ਉਹਨਾਂ ਨੂੰ ਦੱਸਤਾ ਗਾ ਵੀ ਅਸੀਂ ਹੁਣ ਤੁਹਾਡੀਆਂ ਗੱਲਾਂ ਦੇ ਵਿੱਚ ਆਉਣ ਵਾਲੇ ਨਹੀਂ ਗੇ, ਨਾ ਅਸੀਂ ਆਈਏ। ਹੁਣ ਉਹਨਾਂ ਨੂੰ ਪਤਾ ਲੱਗ ਚੁੱਕਿਆ ਕਿਉਂਕਿ 9 ਤਰੀਕ ਤੋਂ ਬਾਅਦ
ਬਾਅਦ ਦੀ ਕੋਈ ਮੀਟਿੰਗ ਨਹੀਂ ਹੋਏਗੀ ਤੇ ਇਸ ਕਰਕੇ ਹੁਣ ਉਹਨਾਂ ਨੂੰ ਕਲੀਅਰ ਹੋ ਚੁੱਕਿਆ ਹੈਗਾ ਵੀ ਅਸੀਂ ਹੁਣ ਜੋ ਕਰਨਾ ਚਾਹੁੰਦੇ ਸੀ ਉਹ ਨਹੀਂ ਕਰ ਸਕੇ। ਇਹ ਮੈਂ ਈਵਨ ਕਿ ਕਿਸਾਨ ਭਰਾਵਾਂ ਦਾ ਸ਼ੁਕਰੀਆ ਅਦਾ ਕਰਾਂਗਾ ਵੀ ਜੋ ਉਹਨਾਂ ਨੇ ਉਹਨਾਂ ਨੂੰ ਲੰਗਰ ਦਾ ਇੰਤਜ਼ਾਮ ਕਰਕੇ ਦਿੱਤਾ ਸੀ ਉੱਥੇ, ਵੀ ਉਹ ਜੋ ਸਾਡੇ ਕਿਸਾਨ ਭਰਾਵਾਂ ਨੇ ਨਹੀਂ ਛਕਿਆ, ਕਿਉਂਕਿ ਉਹਦੇ ਵਿੱਚ ਵੀ ਉਹਨਾਂ ਦੀ ਰਾਜਨੀਤੀ ਸੀਗੀ। ਕਿਉਂਕਿ ਉਹ ਜਿਹੜਾ ਵਿਗਿਆਨ ਭਵਨ ਦੇ ਵਿੱਚ ਜੋ ਵੀ ਮੀਟਿੰਗਾਂ ਹੁੰਦੀਆਂ ਉਹਨਾਂ ਦੇ ਲਈ ਸਾਰਾ ਲੰਗਰ ਜੋ ਆਉਂਦਾ ਉਹ 5 ਸਟਾਰ ਹੋਟਲਾਂ ਦੇ ਵਿੱਚੋਂ ਆਉਂਦਾ ਤੇ ਇੱਥੇ ਜਿੰਨੇ ਹਜ਼ਾਰਾਂ ਲੱਖਾਂ ਕਿਸਾਨ ਆਪਣੇ ਇੱਥੇ ਲੰਗਰ ਛਕ ਰਹੇ ਨੇ। ਇਹ ਜੋ ਹਮਾਰੇ 32 ਯੂਨੀਅਨ ਦੇ ਆਗੂ ਗਏ ਸੀ, ਇਹਨਾਂ ਨੂੰ ਉੱਥੇ ਇੱਕ ਰਾਜਨੀਤੀ ਦਾ ਤੁਕ ਚੱਲਦੇ ਹੋਏ, ਰਾਜਨੀਤੀ ਗੇਮ ਖੇਡਦੇ ਹੋਏ ਉੱਥੇ ਇਹਨਾਂ ਨੂੰ ਲੰਗਰ ਨਹੀਂ ਛਕਾਇਆ ਜਾ ਰਿਹਾ ਸੀ। ਇੱਥੋਂ ਦੇ ਲਈ ਲੜਾਈ ਪਾਉਣ ਲਈ ਕੀਤਾ ਜਾ ਰਿਹਾ ਸੀ, ਕਿਉਂਕਿ ਜਦੋਂ ਇਹਨਾਂ ਨੇ ਲੰਗਰ ਛਕਣਾ ਸੀ ਉਹਦੇ ਵਿੱਚ ਵੈਜ ਤੇ ਨਾਨ ਵੈਜ ਦੋਨੇ ਚੀਜ਼ਾਂ ਆਉਂਦੀਆਂ। ਉਹਨਾਂ ਨੇ ਫੋਟੋਆਂ ਖਿੱਚ ਕੇ ਮੀਡੀਆ 'ਚ ਪਾ ਦੇਣੀਆਂ ਸੀ, ਦੇਖੋ ਜੀ ਤੁਸੀਂ ਤਾਂ ਉੱਥੇ ਲੰਗਰ ਛਕ ਰਹੇ ਹੋ, ਤੁਹਾਡੇ ਜਿਹੜੇ ਅਹੁਦੇਦਾਰ ਆ ਉਹ ਇੱਥੇ 5 ਸਟਾਰ ਦਾ ਹੋਟਲ ਦਾ ਖਾਣਾ ਖਾ ਰਹੇ ਆ। ਇਹ ਤਾਂ ਮੈਂ ਸ਼ੁਕਰਾਨਾ ਕਰੂੰਗਾ ਆਪਣੇ ਜਥੇਦਾਰ ਆ ਕਿਸਾਨ ਆਗੂਆਂ ਦੇ, ਉਹਨਾਂ ਨੇ ਜੋ ਲੰਗਰ ਦਾ ਬਾਈਕਾਟ ਕੀਤਾ ਵੀ ਉਹਨਾਂ ਦੀ ਉਹ ਚਾਲ ਕਾਮਯਾਬ ਨਹੀਂ ਹੋਣ ਦਿੱਤੀ। ਉਸ ਲਈ ਮੈਂ ਇਹ ਕਹੂੰਗਾ ਵੀ ਇਹਨਾਂ ਦੀਆਂ ਇਹੋ ਜਿਹੀਆਂ ਚਾਲਾਂ ਤੋਂ ਕਿਸਾਨ ਜਥੇਬੰਦੀਆਂ ਦੇ ਜੋ ਆਗੂ ਆ ਉਹਨਾਂ ਨੂੰ ਕਹੂੰਗਾ ਵੀ ਅੱਗੇ ਤੋਂ ਇਹੋ ਜਿਹੀਆਂ ਚਾਲਾਂ ਤੋਂ ਬਚ ਕੇ ਚੱਲੋ। ਇਸ ਲਈ ਆਪਾਂ ਹੁਣ ਬਹੁਤ ਜਿੱਤ ਦੇ ਨੇੜੇ ਆ, ਆਪਾਂ ਜਿੱਤ ਕੇ ਰਵਾਂਗੇ ਜੀ। ਹਾਂਜੀ, ਮਤਲਬ ਕਿ ਇਹ ਭੁੱਖ ਹੜਤਾਲ ਉਦੋਂ ਤੱਕ ਚੱਲੂਗੀ ਜਦ ਤੱਕ ਬਿੱਲ ਰੱਦ ਨਹੀਂ ਜੀ। ਇਹ ਭੁੱਖ ਹੜਤਾਲ ਜੇ ਤਾਂ 10 ਦਿਨਾਂ ਦੇ ਵਿੱਚ ਇਹ ਬਿੱਲ ਰੱਦ ਕਰ ਦੇਣਗੇ ਤਾਂ ਭੁੱਖ ਹੜਤਾਲ ਚੱਲੇਗੀ, ਨਹੀਂ ਤਾਂ 10 ਦਿਨਾਂ ਬਾਅਦ ਮਰਨ ਵਰਤ ਸ਼ੁਰੂ ਹੋ ਜਾਏਗਾ ਜੀ। ਹੁਣ ਤੁਸੀਂ ਕੱਲ ਤੋਂ ਮਤਲਬ ਕਿ ਲਗਾਤਾਰ ਕੁਝ ਵੀ ਨਹੀਂ ਅੰਨ ਪਾਣੀ ਖਾ ਰਹੇ? ਹਾਂਜੀ, ਕੱਲ ਤੋਂ ਅਸੀਂ ਭੁੱਖ ਹੜਤਾਲ ਤੇ ਬੈਠੇ ਹੋਏ ਹਾਂ ਜੀ। ਅਸੀਂ 10 ਦਿਨਾਂ ਤੋਂ ਬਾਅਦ ਸਿਰਫ ਪਾਣੀ ਤੇ ਰਵਾਂਗੇ ਜੀ, ਤੇ ਕੱਲ ਨਿੰਬੂ ਪਾਣੀ ਤੇ ਭੁੱਖ ਹੜਤਾਲ ਤੋਂ ਮਰਨ ਵਰਤ ਦੇ ਵਿੱਚ ਕਨਵਰਟ ਕਰ ਦਾਂਗੇ 10 ਦਿਨਾਂ ਬਾਅਦ ਜੀ। ਸੋ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਕਿ ਇਹ ਕਿਸਾਨ ਵਿਰੋਧੀ ਬਿੱਲ ਕਿਸਾਨਾਂ ਵੱਲੋਂ ਦੱਸਿਆ ਜਾ ਰਿਹਾ ਕਿ ਇੰਨੇ ਮਾਰੂ ਨੀਤੀ ਵਾਲੇ ਨੇ ਜਿਹੜੇ ਕਿ ਕਿਸਾਨ ਨੂੰ ਮਰਨ ਤੇ ਮਜਬੂਰ ਕਰ ਦੇਣਗੇ। ਫਿਰ ਕਿਉਂ ਨਾ ਇਹ ਜਿਹੜੇ ਬਿੱਲਾਂ ਦੇ ਖਿਲਾਫ ਹੁਣ ਤੋਂ ਹੀ ਭੁੱਖ ਹੜਤਾਲਾਂ ਲਾ ਕੇ ਮਰਨ ਵਰਤ ਰੱਖ ਲਈਏ। ਪਰ ਇਹ ਕੇਂਦਰ ਸਰਕਾਰ ਨੂੰ ਸੋਚਣਾ ਪਏਗਾ ਕਿ ਅੱਜ ਜੇ ਸਾਡਾ ਕਿਸਾਨ ਅੰਨਦਾਤਾ ਕਿਹਾ ਜਾਂਦਾ ਉਹ ਅੰਨਦਾਤਾ ਹੀ ਦੁਖੀ ਹੈ ਇਸ ਬਿੱਲਾਂ ਤੋਂ, ਤੇ ਫਿਰ ਕਿਉਂ ਨਾ ਇਹਨੂੰ ਜਲਦੀ ਤੋਂ ਜਲਦੀ ਸੋਚ ਵਿਚਾਰ ਕਰਕੇ ਰੱਦ ਕੀਤਾ ਜਾਵੇ। ਸਾਡੇ ਨਾਲ ਹੋਰ ਵੀ ਮੌਜੂਦ ਸੀ, ਉਹਨਾਂ ਨਾਲ ਵੀ ਬਾਤ ਕਰਦੇ ਹਾਂ। ਵਾਹਿਗੁਰੂ ਜੀ ਕੀ ਫਤਿਹ। ਮੈਂ ਜੀ ਸਪੋਰਟਸਮੈਨ ਹੈ ਜੀ। ਮੇਰੇ ਨਾਲ ਦੇ ਸਪੋਰਟਸਮੈਨ ਜਿਹੜੇ ਓਲੰਪੀਅਨ ਸੀਗੇ ਸਾਰਿਆਂ ਨੇ ਆਪਣੇ ਆਪਣੇ ਅਵਾਰਡ ਵਾਪਸ ਕਰਤੇ। ਮੈਂ ਓਲੰਪਿਕ ਖੇਡਣ ਜਾਣਾ ਸੀਗਾ। ਮੈਂ ਆਹ ਸਾਰੀਆਂ ਚੀਜ਼ਾਂ ਦੇਖ ਕੇ, ਕਾਲੇ ਕਾਨੂੰਨ ਦੇਖ ਕੇ ਮੈਂ ਵੀ ਆਪਣੀ ਇਸ ਅੰਦੋਲਨ ਦੇ ਵਿੱਚ ਇੱਕ ਆਪਣੀ ਛੋਟੀ ਜਿਹੀ ਇੱਕ ਵਰਤ ਰੱਖ ਕੇ ਇੱਕ ਭੂਮਿਕਾ ਨਿਭਾ ਰਹੇ ਹਾਂ ਜੀ। ਅਸੀਂ ਮਰਨ ਵਰਤ ਤੇ ਬੈਠ ਰਹੇ ਹਾਂ। ਹੁਣ 10 ਦਿਨ ਦਾ ਅਲਟੀਮੇਟਮ ਦਿੱਤਾ ਭੁੱਖ ਹੜਤਾਲ ਦਾ, ਉਸ ਤੋਂ ਬਾਅਦ ਅਸੀਂ ਮਰਨ ਵਰਤ ਕੰਪਲੀਟ ਕਰਾਂਗੇ ਜੀ ਆਪਣਾ। ਓਲੰਪਿਕ ਖੇਡ ਦੇ ਵਿੱਚ ਤੁਸੀਂ ਕਿਹੜੀ ਖੇਡਦੇ? ਮੈਂ ਜੀ ਵੇਟ ਲਿਫਟਰ ਹਾਂ ਜੀ। ਹਾਂਜੀ, ਨੈਸ਼ਨਲ ਲੈਵਲ ਤੱਕ ਵੀ ਖੇਡੇ ਹੋ? ਮੈਂ ਨੈਸ਼ਨਲ ਖੇਡਿਆ ਹੋਇਆ ਜੀ। ਹੁਣ ਮੇਰੀ ਤਿਆਰੀ ਚੱਲ ਰਹੀ ਹੈ ਜੀ ਓਲੰਪਿਕ ਦੀ ਜੀ। ਤੇ ਆਹ ਸਾਰੀ ਚੀਜ਼ਾਂ ਦੇਖ ਕੇ ਮੈਂ ਕਿਸਾਨ ਦਾ ਪੁੱਤ ਹਾਂ ਜੀ। ਸਾਨੂੰ ਪਤਾ ਹੈ ਕਿ ਕਿਸਾਨੀ ਕਿਵੇਂ ਹੁੰਦੀ ਹੈ, ਕੀ ਗੱਲਬਾਤ ਹੈਗੀ ਆ। ਸਾਰੀ ਦੁਨੀਆ ਨੂੰ ਅਸੀਂ ਅੰਨ ਖਵਾਉਣ ਵਾਲੇ ਬੰਦੇ ਆ, ਰੋਟੀ ਦੇਣ ਵਾਲੇ ਬੰਦੇ ਹੈਗੇ ਆ। ਅੰਨਦਾਤੇ ਨਾਲੇ ਸਾਰੇ ਅਤਿਆਚਾਰ ਹੁੰਦੇ ਨੇ, ਉਹ ਸਾਤੋਂ ਦੇਖਿਆ ਨਹੀਂ ਜਾਂਦਾ ਹੈਗਾ। ਫਿਰ ਇਸ ਕਰਕੇ ਅਸੀਂ ਵੀ ਇੱਧਰ ਨੂੰ ਕੂਚ ਕਰ ਗਏ ਜੀ। ਤੁਸੀਂ ਆਪਣੀ ਖੇਡਾਂ ਨੂੰ ਵਿੱਚ ਛੱਡ ਕੇ ਇਸ ਅੰਦੋਲਨ 'ਚ ਸ਼ਾਮਲ? ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਅੱਜ ਤੱਕ ਮੈਂ ਤਾਂ ਸੁਪਨੇ ਅੱਜ ਤੱਕ ਖੇਡਣ ਦਾ ਲਿਆ ਸੀਗਾ, ਪਤਾ ਨਹੀਂ ਹੈਗਾ ਸੀ ਵੀ ਰਸਤੇ ਦੇ ਵਿੱਚ ਇਦਾਂ ਦੀਆਂ ਰੁਕਾਵਟਾਂ ਪੈਦਾ ਹੋਣਗੀਆਂ। ਹਾਂਜੀ, ਹੁਣ ਅਸੀਂ ਪੂਰੇ ਆਪਣੇ ਜੋਸ਼ ਹਵਾਸ ਦੇ ਨਾਲ ਦੇ ਇਸ ਸਮਰਥਨ ਦਿੱਤਾ ਜੀ ਕਿਸਾਨ ਅੰਦੋਲਨ ਨੂੰ। ਤੁਹਾਡੀ ਲਾਈਨ ਦੇ ਵਿੱਚ ਜਿਹੜੇ ਖਿਡਾਰੀ ਤੁਹਾਡੇ ਸੀਗੇ ਜਿਹੜੇ ਨੈਸ਼ਨਲ ਲੈਵਲ ਖੇਡ ਚੁੱਕੇ, ਨੈਸ਼ਨਲ ਅਵਾਰਡ ਨੇ ਜਿਨ੍ਹਾਂ ਕੋਲ, ਕਿ ਉਹਨਾਂ ਨੇ ਵੀ ਇੱਥੇ ਆ ਕੇ ਵਾਪਸ ਕੀਤੇ? ਹਾਂਜੀ, ਉਹ ਸਾਰੇ ਪੰਜਾਬ ਤੋਂ ਚੱਲੇ ਸੀਗੇ, ਉਹਨਾਂ ਨੂੰ ਰੋਕਿਆ ਗਿਆ ਰਸਤੇ ਦੇ ਵਿੱਚ, ਤੇ ਸਾਰੇ ਦੇ ਸਾਰੇ ਹੁਣ ਸਾਡੇ ਜਿਹੜੇ ਸਪੋਰਟਸਮੈਨ ਹੈਗੇ ਨੇ ਸਾਰੇ ਅਵਾਰਡ ਉਹ ਵਾਪਸ ਕਰਨ ਲਈ ਉਹ ਤਿਆਰ ਬੈਠੇ ਨੇ ਜੀ। ਸੋ ਸਾਡੇ ਨਾਲ ਹੋਰ ਵੀ ਵੀਰ ਮੌਜੂਦ ਨੇ, ਅਸੀਂ ਉਹਨਾਂ ਨਾਲ ਵੀ ਗੱਲਬਾਤ ਜ਼ਰੂਰ ਕਰਾਂਗੇ। ਆਪ ਜੀ ਕਿੱਥੇ? ये उत्तर प्रदेश जी, मुजफ्फरनगर जी। अपनी केड़ी किसान जथेबंदी? हमारी किसान जत्थेबंदी है, किसान आर्मी का चीफ हूँ मैं। देखो इस सरकार को शर्म आनी चाहिए, इसने इस अन्नदाता की फिक्र नहीं। अगर किसान आंदोलन करता है उसके क्या बोलते हैं कानून तोड़ती है, ये नहीं पता कानून नहीं है सरकार की पीठ तोड़ देगा। कि ये आंदोलन किसान मजदूर पूरे देश की महिलाएं विद्यार्थी जितने युवा साथी हमारे साथ लगे हैं, इस सरकार को शर्म नहीं आ रही। इसकी नियत नीति में खोट है। 5 जून 2020 को अध्यादेश लाती है, इमरजेंसी घोषित करती है, क्योंकि इन्हें क्या करना चाहिए था, कृषि वैज्ञानिक से सलाह लिया, किसी यूनियन या जत्थेबंदी से, किसी सरकार से सलाह नहीं ली। ये अडानी अंबानी को बढ़ावा देना चाहिए, कॉन्ट्रैक्ट फार्मिंग को। आप चीफ आर्मी हो, आर्मी भी अगर हक में हमारे आ जाए तो
ये मोदी क्या कर लेंगे? देखो, मोदी तो सबसे बड़ी तो सुप्रीम कोर्ट की पावर हो, उससे बड़ी भी डॉक्टर भीमराव अंबेडकर ये कहते हैं जनता आवाम पूरे देश की इस पावर है, उससे बड़ी ताकत नहीं होती। ये तो हमारे नौकर है प्रधानमंत्री अमित शाह तो जी। इन्हें ये सोचना चाहिए किसान मजदूर, आप बड़े आदमियों को बढ़ावा देना चाह रहे, छोटों को भूल गए। जितने हमारे खिलाड़ी है वे भी पत्र लौटाना चाह रहे। ये देश ये कहते हैं अडानी अंबानी 36,000 रुपये करोड़ टैक्स देता है। मैं इनसे कह रहा अगर एक साल किसान और मजदूर ने अन्नदाता ने अनाज उगाना बंद भी कर दिया ना, पैसे को जेब में घूमते फिरो जाए, जब भूख लगेगी ना जब पता चलेगा इन्हें इस देश का। हम तो सरकार से एक गुजारिश करें अपने वजीर आजम से, उन्हें सोचना चाहिए किसानों के अपने फैसला लेना चाहिए। ये महाभारत का युद्ध होगा। महाभारत में तो कौरव पांडव, ये कौरव है हम पांडव है, उनमें तो 5 गांव मांगे थे, हम इनसे 3 गांव मांग रहे। 3 काले कानून, 3 गांव हमारे, 3 गांव दे दें, अन्यथा पूरे देश में बहुत बड़ा संघर्ष हो जाएगा। चीफ साहब जी, आप क्या कहोगे, क्यों नहीं ये अब बिल रद्द कर रही है? क्या इसका बड़ा कारण हो सकता है? इसका बड़ा कारण है इन लोगों ने, देखो किसान मजदूर इनसे कुछ देता नहीं। अडानी अंबानी हेलीकॉप्टर, इनके लिए कुर्सी वगैरह रैलियां करते हैं, खर्च पैसा खर्च करते हैं। ये किसान मजदूर की क्यों सोचने लगे? ये तो उन लोगों की सोचेंगे क्योंकि उन्हें इनके चुनाव पार्टी वगैरह में पैसे खर्च किए हैं। इन्हें किसान इनसे कुछ देता तो नहीं, इन्हें तो नहीं पता, ये नहीं पता किसान कितना बड़ा टैक्स देता है देश में। किसान थक जाता है, दारू पीता है शाम को, किसान दवाइयों पे टैक्स देता है, किसान रात को दारू पे 250% टैक्स है। दारू बंद क्यों नहीं करते? इन्हें पता नहीं किसान से पूरा देश की रीढ़ है, किसान पूरे देश की रीढ़ की हड्डी है किसान। इन्हें शर्म नहीं आती, ये जुमलेबाजी करती है सरकार। ये सरकार अगर हिंदू धरना देवे तो उसको बता दी कम्युनिस्ट, अगर पंजाबी धरना देवे तो उसको बोलती है खालिस्तानी, अगर मुस्लिम धरना देवे तो उसको पाकिस्तानी बताती है। ये राष्ट्र के नाम पे राष्ट्र के नाम पे वोट मांगते हैं। आपको सरकार इन्हें 2024 में किसान मजदूर इस सरकार को समझ चुका है, इस सरकार को हम उखाड़ फेंक देंगे जी। ਸੋ ਦਰਸ਼ਕੋ ਤੁਸੀਂ ਦੇਖਿਆ ਕਿ ਸਾਰੇ ਹੀ ਜਿਹੜੇ ਇੱਥੇ ਬੈਠੇ ਨੇ ਲੀਡਰ, ਉਹਨਾਂ ਦੇ ਮਨ ਵਿੱਚ ਰੋਸ ਹੈ ਕਿ ਜੇ ਕਾਲੇ ਕਾਨੂੰਨ ਤੁਸੀਂ ਰੱਦ ਨਹੀਂ ਕਰਦੇ ਸੀ ਭੁੱਖ ਹੜਤਾਲ ਤੋਂ ਮਰਨ ਵਰਤ ਤੱਕ ਜਾਵਾਂਗੇ। ਜਦ ਤੱਕ ਬਿੱਲ ਰੱਦ ਨਹੀਂ ਹੁੰਦੇ ਅਸੀਂ ਉਦੋਂ ਤੱਕ ਮਰਨ ਵਰਤ ਤੇ ਡਟੇ ਰਵਾਂਗੇ ਜਦ ਤੱਕ ਇਹ ਬਿੱਲ ਰੱਦ ਨਹੀਂ ਕੀਤੇ ਜਾਂਦੇ। ਹੁਣ ਇਹ ਕੇਂਦਰ ਸਰਕਾਰ ਨੂੰ ਸੋਚਣਾ ਪਊਗਾ। ਸਾਡੇ ਨਾਲ ਹੋਰ ਵੀ ਵੀਰ ਮੌਜੂਦ, ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ। मैं उत्तराखंड से हूँ और अखिल किसान जागृति सेवा समिति का अध्यक्ष हूँ। मेरा नाम योगेंद्र पवार है। हम अनशन के लिए बैठ चुके। हमारी जान चल जाएगी, चाहे अनशन में चल जाए, नहीं तो गोली खा के चल जाएगी। 2-3 दिन के अंदर हम वो जो क्या नाम उसका राष्ट्रपति भवन है, वहाँ अपने बुग्गी, ट्रैक्टर, घोड़े, बैल, भैंस सारे लेकर जाकर धर देंगे। जब उसे पता चलेगा कि अब तो हमारी सुन नहीं रहा, वो हमारा नौकर है। जो आदमी तनख्वाह लेता है, वेतन लेता है, वो नौकर होता है। और किसान कोई पैसे नहीं लेता, ना कोई नौकरी उसे देता। वो तो बेचारा गर्मी में, अंग्रेजी में कहावत है कि फार्मर इज बोर्न इन डेथ एंड डाइड इन डेथ। कर्जे में पैदा होता है, कर्जे मर जाता है। और ये जो काला कानून लाया है, जिसमें इसने कहता है कि जमीन जो कॉन्ट्रैक्ट खेती आएगी, बड़ी बड़ी कंपनी लेगी, तो उसमें वो लोग खेती पर वो ले सकते हैं कर्जा। जब वो कर्जा ले लगा, नो बताइए वो अगर वो चलेगा, कौन जमीन तो बैंक वाले खुद बेच देंगे। और उसके ऊपर लिख रखा कानून में कि किसान की जमीन वो नीलाम नहीं होगी। दूसरे ने पैरा में लिख रखा कि ये रिन्यूअल उसमें एक्ट में आता है, इसकी ज़मीन नीलाम हो सकती है। क्यों भाई दोनों छोटे ऊपर नीचे क्यों लिख रखे? जब नीलाम नहीं करनी तो ऐसा क्यों लिख रखा नीलाम हो सकती है? तो जो असली बात उसे तो बताए नहीं, कहते हैं कि खेती की आमदनी दुगनी हो जाएगी। मुझे ये बताइए, यदि एक बीघे में 5 कुंटल होते नहीं गेहूँ, अगर 5 होते हैं 10 कैसे हो जाएंगे? एक आदमी रोटी 4 खाता है, 2 खाता है, वो 20 रोटी नहीं खा सकता। ये कहता है कि वो तो डबल हो जाएगी। जब अब आप ये देखिए, आलू की कीमत इसने 8 रुपये रखी, छोटे आलू की कीमत, बड़े आलू की 7, उससे बढ़ेगी 6। अब बड़े आलू में चिप्स बनाते हैं, चिप्स का पैकेट 15 रुपये का आता है, सभी खाते हैं। तो अब ये देखिए, यानी एक 6 रुपये का वो लेकर और 50 ग्राम उसका जो 15 रुपये हो जाता है। गेहूं का भाव 1900 कुछ रुपये है, उसको जब पीसते हैं उसमें आटा निकलता है 10 मिनट में, उसका भाव 3000 हो जाता है। तो जब उसके 10 मिनट में 1000 बढ़ जाते हैं बड़े बड़े कंपनियों के। अगर हम गेहूं पैदा नहीं करने के, कोई भी फसल पैदा नहीं करने के, सारी दुनिया भूखी मर जाएगी। क्या अपने को समझ रहा है मोदी कि तू ढेर बड़ा तानाशाह बन गया? बड़े बड़े तानाशाह हिटलर भी नहीं रहे। अगर इसको भूल है, इसलिए इनको रद्द करो। जब हम मान लीजिए हमने गेहूँ हुए, बरसात आएगी,
कुछ जमे कुछ नहीं जमे, हम किसान लोग उसको सारे खेत को भी दोबारा बोता है। तो इस कानून को दोबारा बनाओ। अरे कोई खुदा ना बना दिया क्या? तू नौकर ही तो है, मालिक हम। जो आदमी वोट मांगता है, नौकरी लेता है, वो नौकर होता है। जब वोट लेने आते हैं तो हाथ जोड़ता है कि मैं ये करूँगा, नू करूँगा, उसके बाद चपड़ जाते हैं। इसलिए ये निवेदन है, अब आपके हाथ में सत्ता है, आप उसे नौकर हैं पर मालिक हैं। क्यों? जिसके हाथ में सत्ता होती है वो सब कुछ होता है। इसलिए महाराज जी, आप इसको, तुमने बहुत बड़ी गलती कर दी, किसानों से टकराएगा। तुमने किसानों से टकराएगा, यस ऐतिहासिक, तुम याद रखो कि सबसे बड़ा आंदोलन है। कम से कम 40-50 लाख आदमी हो रहे हैं, कभी नहीं सोच रहे हो। लेकिन आपने देखा कि हरियाणा से और ट्रालियां आ रही है, उनको हरियाणा की सरकार ने रोक लिया गया है। वैसे ही वो बड़े बड़े पत्थर लगाकर, बैरियर लगाकर उन्होंने रास्ता रोक लिया उनका। ऐसा है, वे जो उछला रास्ता रोक रहे, चाहे वो खाए को दे। हमारे पास जेसीबी है, हमारे पास ट्रक है, वो बहरे बुर रहे तो 2 मिनट में जेसीबी से ऊपर धरते हैं। वो रही किसान के लड़के हैं उसमें, वे मोदी के लड़के नहीं। गुजरात में देख लो, उसमें मरते हैं पाकिस्तान के बॉर्डर पर। एक भी आदमी अगर गुजरात का मरा हो, सारे इधर के मरते हैं, किसानों के मरते हैं। उनके तो आदमी बड़े बड़े नौकरी पर होते हैं। अब रिलायंस वाले का जो दामाद है, वो रिजर्व बैंक ऑफ इंडिया का चेयरमैन बना रखा। जब पैसा जहाँ बनता है वही उसका चेयरमैन बैठा, सारा कब्जा कर रहा। इसने BSNL बेच दी, रेल बेच दी। रेल में सबसे बड़ी यूनियन थी, यूनियन का एक भी आदमी नहीं टकरा। क्यों? सबको पता नहीं पिटता है, क्या करता है, परंतु वे तो यूनियन के हैं। यहाँ किसान है, जान देने के लिए बैठे, जान लेनी जानते हैं, जान देनी भी जानते हैं। पता चल जाएगा 4-5 दिन में, जब उसमें 5:30 राष्ट्रपति भवन हो, हमारे घोड़े लीद कर रहे हैं, हमारी भैंस गोबर करेगी, जब चल जाएगा पता ही सर। ਦਰਸ਼ਕੋ ਤੁਸੀਂ ਦੇਖਿਆ ਕਿ ਅੱਜ ਕਿੰਨਾ ਰੋਸ ਹੈ ਇਹਨਾਂ ਦੇ ਮਨਾਂ ਵਿੱਚ ਕਿ ਇਹ ਬਿੱਲ ਰੱਦ ਹੋ ਜਾਣ ਤਾਂ ਚੰਗਾ ਹੈ, ਨਹੀਂ ਤਾਂ ਇਹਨਾਂ ਵੱਲੋਂ ਦੱਸਿਆ ਜਾ ਰਿਹਾ ਕਿ ਜੇ ਘੋੜੇ ਆ, ਅਜੇ ਤਾਂ ਗੁਰੂ ਕੀ ਲਾਡਲੀ ਫੌਜ ਆਈ ਆ, ਘੋੜੇ ਤੁਸੀਂ ਦੇਖਿਆ ਕਿ ਉੱਥੇ ਬੰਨ੍ਹ ਦਿੱਤੇ ਗਏ ਨੇ, ਤੇ ਨਾਲ ਹੀ ਦੱਸਿਆ ਜਾਂਦਾ ਕਿ ਜੇ ਮੱਝਾਂ ਗਾਵਾਂ ਵੀ ਲਿਆਉਣੀਆਂ ਪੈ ਸਕਣ ਤੇ ਅਸੀਂ ਉਹ ਵੀ ਪਿੱਛੇ ਨਹੀਂ ਰਵਾਂਗੇ, ਉਹ ਵੀ ਲਿਆ ਕੇ ਇਹਨਾਂ ਦੇ ਇੱਥੇ ਬੰਨ੍ਹ ਦੇਵਾਂਗੇ ਤੇ ਤੁਸੀਂ ਆਪ ਸਾਂਭ ਲਓ। ਸਾਡੇ ਨਾਲ ਹੋਰ ਵੀ ਨੌਜਵਾਨ ਵੀਰ ਮੌਜੂਦ ਨੇ, ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। क्रांतिकारी। हाँ जी, नमस्कार जी। क्रांतिकारी जब डरेगा। देखो, जैसे खट्टर साहब कर रही है ना भाई, हरियाणा वालों को रोक रही है, कोशिश कर रही है। हरियाणा से ही? जी मैं हरियाणा से हूँ। क्या नाम है आपका? अरविंद आर्य है। अच्छा। हाँ जी, जिला करनाल से। मैं उसी सिटी से हूँ जहाँ से हमारा CM है, खट्टर साहब है जो। मैं खट्टर साहब से एक बात कहना चाहूँगा कि आप चाहे कितने भी जोर लगा लो, एडी तक के जोर लगा लो किसानों को रोकने के लिए, हम तो वो किसान है जो खेतों को भी रोड बना देते हैं। ये तो रोड है, खेतों को भी रोड, खेतों को रोड बना देते हैं, लेकिन किसानों का रास्ता नहीं रोक सकती है सरकार। चाहे कितनी भी कोशिश कर लियो, हम खेतों में आएंगे, हम गलियों में आएंगे, हम सड़कें जाम कर देंगे, लेकिन मरते दम तक लड़ाई है, जो संघर्ष है वो जारी रहेगा। चाहे सरकार कुछ भी हथकंडे अपना लो, चाहे सरकार हमें गोली भी मार दो, लेकिन हम पीछे हटने वाले नहीं है। यहाँ पे 70% टिगरी बॉर्डर पे, यहाँ पे भी 30-40% हरियाणा के हैं, यूपी, बिहार, राजस्थान। क्या वो सभी आतंकवादी हो गए? क्या वो सभी खालिस्तानी हो गए? क्या वो सभी चीन पाकिस्तानी हो गए? दरअसल सरकार कोशिश कर रही है कि इनके जो हमारा आंदोलन है इसको बिगाड़ने की दरअसल पूरी कोशिश कर रही है। उसने अपने, सरकार ने अपने शरारती तत्व भी जो है हमारे बीच में छोड़े हुए हैं, काफ़ी संख्या में लेडी छोड़ दी उन्होंने, और हमारे जो गाड़ियाँ जो हम ट्रैक्टर लेके आए हैं उनकी हवा निकाल रहे हैं वो, ताकि भाई इनका ट्रैक्टर यहीं पे खड़े रहे, आगे ना बढ़ सके। लेकिन हम सरकार को यही कहते हैं भाई थोड़ा हमें हमारी समस्या को जल्द हल करे, अगर हमें मजबूर ना करे। हम संसद में भी हल चलाने की कैपेसिटी रखते हैं, ये देखो संसद में भी हल चला देंगे। किसान लड़े कमजोर मत हो, ये पहला वाला किसान नहीं है जो जहाँ पे जैसे बैठा है बैठे रहेगा, फटे पुराने कपड़ों में था, जिसको जो बोल दिया, धमका दिया, वो सुन के अपने घर आ जाएगा। लेकिन ये तो वो किसान है अगर हल बहाना जानता है, हल चलाना भी जानता है। ਸੋ ਦਰਸ਼ਕੋ ਤੁਸੀਂ ਦੇਖਿਆ ਕਿ ਅੱਜ ਸਿੱਧੇ ਤੌਰ ਤੇ ਕੇਂਦਰ ਸਰਕਾਰ ਨੂੰ ਲਲਕਾਰ ਮਾਰੀ ਜਾ ਰਹੀ ਆ ਕਿ ਜੇ ਤੂੰ ਇਹ ਬਿੱਲ ਰੱਦ ਨਹੀਂ ਕਰਦਾ ਤਾਂ ਜਿਹੜੇ ਹੱਲ ਅਸੀਂ ਖੇਤਾਂ ਵਿੱਚ ਚਲਾਉਣੇ ਉਹ ਸੰਸਦ ਵਿੱਚ ਆ ਕੇ ਵੀ ਚਲਾ ਸਕਦੇ। ਸੋ ਬਣੇ ਰਹੋ ਸਾਂਝਾ ਪੰਜਾਬ ਚੈਨਲ ਦੇ ਨਾਲ, ਇਦਾਂ ਦੀਆਂ ਸ਼ਖਸੀਅਤਾਂ ਨਾਲ ਜ਼ਰੂਰ ਰੂਬਰੂ ਕਰਵਾਵਾਂਗੇ। ਤਦ ਤੱਕ ਲਈ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਾਂਝਾ ਪੰਜਾਬ ਦਾ YouTube ਚੈਨਲ। ਇਹਨੂੰ ਪਲੀਜ਼ ਲਾਈਕ ਤੇ ਸਬਸਕ੍ਰਾਈਬ ਕਰਨਾ।